किस ने फड़ी है। एक पासे हक नहीं रहिंदा, दूजे पासे नक नहीं रहिंदा। एक पासे साबर है रहिंदा, दूजे पासे जबर है रहिंदा। टस तो मस नहीं हो रही। ये जिन्ना इनू लंबा लिजाणगे कंबली भीजू उन्नी भारी होऊ। एक दिन इन्होंने ये जिहड़े कानून है ये वापस करने ही। जिथे अड़ियां हो जाण, पहली गल तां एडा वड्डा प्रधान मंत्री, एडे वड्डे देश का प्रधान मंत्री आ, वो एक छोटी जी गल पिछे एडी वड्डी अड़ी लैके बह गया। वो देश के अन्नदातिਆਂ ਨੂੰ मार रहा है, अन्नदातिਆਂ ਨੂੰ मार के एक दो घराणिਆਂ ਨੂੰ फायदा कर रहा है। ਉਹਦੇ ਨਾਲ भी ਇੰਨੀ ਬਣਨਾ ਤਾਂ ਸਰਕਾਰਾਂ ਨੇ ਲੋਕਾਂ ਨਾਲ ਹੈ, ਇੱਕ ਦੋ ਘਰਾਣਿਆਂ ਨੂੰ ਸਰਕਾਰ ਨੂੰ ਬਣਾ ਨਹੀਂ ਸਕਦੇ ਕਿਉਂਕਿ ਇਹ ਲੋਕਤੰਤਰਕ ਦੇਸ਼ ਹੈ। 6.5 ਮਹੀਨੇ ਲਗਭਗ ਹੋ ਚੁੱਕੇ ਆ ਤੇ ਜਿਹੜਾ ਕਿਸਾਨੀ ਸੰਘਰਸ਼ ਆ ਦਿਨੋਂ ਦਿਨ ਜਿਹੜਾ ਤੇਜ਼ ਹੁੰਦਾ ਜਾਂਦਾ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਜਿਹੜਾ ਰੱਦ ਨਹੀਂ ਕੀਤਾ ਗਿਆ ਤੇ ਗੱਲਾਂ ਬਾਤਾਂ ਬਹੁਤ ਕੀਤੀਆਂ ਗਈਆਂ, ਕਿਸਾਨਾਂ ਨਾਲ ਬੈਠਦੇ ਰਹੇ, ਪਰ ਹਲੇ ਤੱਕ ਇੱਕ ਵਾਰ ਉਹ ਟਸ ਤੋਂ ਮਸ ਨਹੀਂ ਹੋਏ। ਕਿਸਾਨਾਂ ਵੱਲੋਂ ਵੀ ਪਿੱਛੇ ਨਹੀਂ ਹਟਿਆ ਗਿਆ ਤੇ ਕਿਸਾਨਾਂ ਵੱਲੋਂ ਵੀ ਜਿਹੜਾ ਆਪਣਾ ਸੰਘਰਸ਼ ਆ ਉਹ ਦਿਨੋਂ ਦਿਨ ਤੇਜ਼ ਕੀਤਾ ਗਿਆ। ਚਾਹੇ ਉਹ ਸੰਘਰਸ਼ ਦਿੱਲੀ ਨੂੰ ਲੈ ਕੇ ਆ, ਚਾਹੇ ਪੰਜਾਬ ਨੂੰ ਲੈ ਕੇ ਆ, ਜਿਹੜੇ ਕਿਸਾਨ ਆ ਉਹਨਾਂ 'ਚ ਵੀ ਰੋਸ ਵੱਧਦਾ ਜਾਂਦਾ ਤੇ ਉਹਨਾਂ ਦੇ ਵਿੱਚ ਰੋਸ ਦੇ ਨਾਲ ਹਿੰਮਤ ਵੀ ਵੱਧਦੀ ਜਾਂਦੀ ਆ। ਉਹਨਾਂ ਦਾ ਕਹਿਣਾ ਚਾਹੇ ਕੇਂਦਰ ਸਰਕਾਰ ਕਿੰਨਾ ਵੀ ਲੰਬਾ ਸਮਾਂ ਕਿਉਂ ਨਾ ਕਰਦੇ, ਜਿੰਨਾ ਲੰਬਾ ਸਮਾਂ ਕਰ ਦੂ, ਸਾਡੇ ਵੱਲੋਂ ਸੰਘਰਸ਼ ਤੇਜ਼ ਕੀਤੇ ਜਾਣਗੇ, ਪਰ ਅਸੀਂ ਖੇਤੀ ਕਾਨੂੰਨ ਆ ਜਿਹੜੇ ਉਹ ਰੱਦ ਕਰਾ ਕੇ ਹਟਾਂਗੇ। ਅਸੀਂ ਵੀ ਦਮ ਨਹੀਂ ਲੈਣ ਵਾਲੇ, ਪਿੱਛੇ ਨਹੀਂ ਹਟਾਂਗੇ। ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਇਸ ਸਮੇਂ ਅਸੀਂ ਤਾਮਕੋਟ ਪਿੰਡ ਖੜੇ ਹਾਂ, ਜ਼ਿਲ੍ਹਾ ਮਾਨਸਾ ਦਾ ਪਿੰਡ ਆ, ਜਿੱਥੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨੌਜਵਾਨਾਂ ਨੇ ਬੈਨਰ ਫੜੇ ਹੋਏ ਆ ਤੇ ਇਹਦੇ ਵਿੱਚ 17ਵਾਂ ਇਸ ਵਾਰ ਇਹਨਾਂ ਵੱਲੋਂ ਜਿਹੜਾ 17 ਟੈਂਟ ਜਾ ਚੁੱਕੇ ਨੇ ਇੱਥੋਂ ਤੇ ਇਸ ਤੋਂ ਇਲਾਵਾ 19 ਇੱਥੋਂ ਬਾਥਰੂਮ ਭੇਜ ਚੁੱਕੇ ਨੇ ਇਹ, ਜੋ ਕਿ ਇਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ। ਕਿਸੇ ਵੀ ਜ਼ਰੂਰਤਮੰਦ ਨੂੰ ਉੱਥੇ ਜ਼ਰੂਰਤ ਹੈ, ਇਹਨਾਂ ਵੱਲੋਂ ਉਹ ਜ਼ਰੂਰਤ ਕੀਤੀ ਜਾਂਦੀ ਆ। ਸਾਡੇ ਨਾਲ ਪਿੰਡ ਦੇ ਆਗੂ ਮੌਜੂਦ ਨੇ, ਸਮਾਜ ਸੇਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਉਹਨਾਂ ਦਾ। ਜਸਵਿੰਦਰ ਜੀ, ਤੁਸੀਂ ਪਹਿਲਾਂ ਵੀ ਸਮਾਨ ਭੇਜਦੇ ਆ ਰਹੇ ਹੋ, ਹੁਣ ਵੀ ਭੇਜ ਰਹੇ ਹੋ, ਕਿਸ ਤਰ੍ਹਾਂ ਦੀ ਮੁਹਿੰਮ, ਕਿੱਥੋਂ ਤੁਸੀਂ ਭੇਜ ਰਹੇ ਹੋ? ਪਹਿਲਾਂ ਤਾਂ ਜੀ ਤੁਹਾਡੀ ਸਮੁੱਚੀ ਨਿਰਪੱਖ ਪੋਸਟ ਦੀ ਜਿਹੜੀ ਟੀਮ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆ ਕੇ ਸਾਡੇ ਨਾਲ ਇੱਥੇ ਤੁਸੀਂ ਇਸ ਸੰਘਰਸ਼ ਬਾਰੇ ਜਾਗਰੂਕ ਕਰਨ ਦਾ ਹੀ ਮੈਂ ਕਹਿ ਸਕਦਾ ਇਹਨੂੰ ਇੱਕ ਵਧੀਆ ਉਹ ਹੁੰਦਾ, ਇਹ ਸਾਧਨ ਹੁੰਦਾ ਜਿਹੜਾ ਸਾਡਾ ਇਹ ਮੀਡੀਆ ਹੈ। ਅਤੇ ਇਹ ਜਿਹੜਾ ਸਮਾਨ ਇੱਥੋਂ ਅਸੀਂ ਭੇਜ ਰਹੇ, ਅਸੀਂ ਨਹੀਂ ਭੇਜ ਰਹੇ। ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ NRI ਵੀਰ, ਭੈਣ, ਭਰਾ, ਚਾਚੇ, ਤਾਏ, ਸਮੁੱਚੇ ਹੀ ਜਿਹੜੇ NRI ਵਸ ਰਹੇ ਨੇ ਉੱਥੇ, ਉਹਨਾਂ ਦਾ ਬਹੁਤ ਹੀ ਦਿਲ ਖੋਲ੍ਹ ਕੇ ਇਸ ਜਾਣੀ ਕਿ ਜਿਹੜਾ ਇਹ ਸੱਚਾ ਅਤੇ ਸੁੱਚਾ ਸੰਘਰਸ਼ ਹੈ, ਇੱਕ ਕਿਸਾਨਾਂ ਵੱਲੋਂ ਆਪਣੇ ਹੱਕਾਂ ਦੀ ਖਾਤਰ ਲੜਿਆ ਜਾ ਰਿਹਾ ਹੈ, ਉਹਦੇ ਵਾਸਤੇ ਦਿਲ ਖੋਲ੍ਹ ਕੇ ਮਦਦ ਕਰ ਰਹੇ ਨੇ। ਅਸੀਂ ਇੱਥੋਂ ਜਾਣੀ ਕਿ ਉਹ NRI ਵੀਰਾਂ ਦੇ ਸਹਿਯੋਗ ਦੇ ਨਾਲ 17 ਟੈਂਟ, 19 ਬਾਥਰੂਮ ਇਦੋਂ ਪਹਿਲਾਂ ਅਸੀਂ ਭੇਜ ਚੁੱਕੇ ਹਾਂ ਅਤੇ ਹੋਰ ਸਮੇਂ-ਸਮੇਂ 'ਤੇ ਜਿਵੇਂ ਕੋਈ ਤਿਉਹਾਰ ਆਉਂਦਾ, ਲੋਹੜੀ ਦਾ ਸਮਾਨ ਵੀ ਉਹਨਾਂ ਵੱਲੋਂ ਭੇਜਿਆ ਗਿਆ ਸੀ, ਉਹ ਵੀ ਉੱਥੇ ਅਸੀਂ ਪਹੁੰਚਦਾ ਕੀਤਾ। ਹਰ ਸਮੇਂ ਅਸੀਂ ਜਦੋਂ ਵੀ ਸਾਨੂੰ ਕੋਈ ਉਹਨਾਂ ਦੀ ਅਸੀਂ ਉਹਨਾਂ ਨੂੰ ਕਾਲ ਕਰਦੇ ਹਾਂ ਤਾਂ ਉਹ ਕਹਿੰਦੇ ਆ ਵੀ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੈਗੀ, ਤੁਸੀਂ ਡਟੇ ਰਹੋ। ਸਬਰ ਅਤੇ ਸੰਤੋਖ ਨਾਲ, ਜਿਹੜੀ ਸਿਆਣਪ ਨਾਲ ਉੱਥੇ ਆਪਣੇ ਲੀਡਰ ਅਤੇ ਲੋਕ ਜਿਹੜੇ ਕਿਸਾਨ ਉੱਥੇ ਡਟੇ ਹੋਏ ਨੇ, ਬੜੀ ਸੂਝ-ਬੂਝ ਦੇ ਨਾਲ ਉਹ ਆਪਣਾ ਜਿਹੜਾ ਹੈਗਾ ਧਰਨਾ ਦੇ ਰਹੇ ਨੇ। ਅਤੇ ਇਹ ਜਿਵੇਂ ਤੁਸੀਂ ਕਿਹਾ ਵੀ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਇਹ ਜਿੰਨਾ ਇਹਨੂੰ ਲੰਬਾ ਲਿਜਾਣਗੇ ਕੰਬਲੀ ਭੀਜੂ ਉੰਨੀ ਭਾਰੀ ਹੋਊ। ਇੱਕ ਦਿਨ ਇਹਨਾਂ ਨੂੰ ਇਹ ਜਿਹੜੇ ਕਾਨੂੰਨ ਹੈ ਇਹ ਵਾਪਸ ਕਰਨੇ ਹੀ ਪੈਣਗੇ। ਜਸਵਿੰਦਰ, ਸਮਾਨ ਤੁਸੀਂ ਇੱਥੋਂ ਭੇਜ ਰਹੇ ਹੋ, ਜਿਹੜਾ ਸਮਾਨ ਭੇਜ ਰਹੇ ਹੋ ਕਿਸੇ ਸਪੈਸ਼ਲ ਪਿੰਡ ਦੇ ਜਾਂ ਕੋਈ ਕਿਸੇ ਵਾਸਤੇ ਆ, ਜਾਂ ਉੱਥੇ ਕਿਸੇ ਨੂੰ ਵੀ ਜ਼ਰੂਰਤ ਆ, ਕਿਤੋਂ ਦੀ ਵੀ ਜ਼ਰੂਰਤ ਆ, ਉੱਥੇ ਤੁਸੀਂ ਦੇ ਰਹੇ ਹੋ? ਕਿਸ ਤਰ੍ਹਾਂ ਵੰਡ ਕਰਦੇ ਹੋ ਇਹਦੀ ਫਿਰ? ਇਹ ਜੀ ਜਿਵੇਂ ਹੁਣ ਪਹਿਲਾਂ ਸਾਨੂੰ ਉਹਨਾਂ ਵੱਲੋਂ ਪੁੱਛਿਆ ਗਿਆ ਸੀ, ਪਹਿਲੀ ਤੁਹਾਨੂੰ ਮੈਂ ਸ਼ੁਰੂਆਤ ਤੋਂ ਦੱਸਦਾ, ਉਦੋਂ ਦਸੰਬਰ ਦਾ ਮਹੀਨਾ ਸੀ, ਉੱਥੇ ਬੀਬੀਆਂ ਦੇ ਨਹਾਉਣ ਵਾਸਤੇ ਬਹੁਤ ਹੀ ਵੱਡੀ ਸਮੱਸਿਆ ਸੀ। ਜਦੋਂ ਅਸੀਂ ਉਹਨਾਂ ਸਾਡੇ ਭੈਣ ਭਰਾਵਾਂ ਨਾਲ ਗੱਲ ਕੀਤੀ, NRI ਵੀਰਾਂ ਨਾਲ, ਤਾਂ ਉਹਨਾਂ ਨੂੰ ਅਸੀਂ ਦੱਸਿਆ ਵੀ ਆਹ ਵੱਡੀ ਸਮੱਸਿਆ ਹੈ। ਉੱਥੇ ਫਿਰ ਅਸੀਂ ਜਾ ਕੇ ਦੇਖਿਆ, ਉੱਥੇ ਜਿੱਥੇ ਵੀ ਸਾਨੂੰ ਬੀਬੀਆਂ ਦੀ ਬਹੁਤ ਔਤ ਲੱਗੀ, ਜਿਹੜੇ ਵੀ ਟੈਂਟਾਂ ਦੇ ਵਿੱਚ ਅਸੀਂ ਉੱਥੇ ਬਾਥਰੂਮ ਦਿੱਤੇ। ਇਹ ਕੋਈ ਸਪੈਸ਼ਲ ਪਿੰਡ ਦੀ ਨਹੀਂ, ਜਿਹਨੂੰ ਲੋੜ ਹੈ, ਲੋੜਵੰਦ ਜਿਹੜੇ ਉੱਥੇ ਲੋਕ ਨੇ, ਅਸੀਂ ਉਹਨਾਂ ਨੂੰ ਇਹ ਸਮਾਨ ਹੈ ਜਿਹੜਾ ਮੁਹੱਈਆ ਕਰਵਾਉਂਦੇ ਹਾਂ। ਚਾਹੇ ਉਹ ਨਾ ਅਸੀਂ ਜ਼ਿਲ੍ਹੇ ਦਾ ਹਿਸਾਬ ਰੱਖਿਆ, ਨਾ ਕੋਈ ਬਲਾਕ ਦਾ, ਬਰਨਾਲੇ ਵਾਲਿਆਂ ਨੂੰ ਵੀ ਦਿੱਤੇ, ਪਟਿਆਲੇ ਵਾਲਿਆਂ ਨੂੰ ਵੀ ਦਿੱਤੇ, ਹੋਰ ਵੀ ਜਿਹੜਾ ਵੀ ਕੋਈ ਉੱਥੇ ਸਾਨੂੰ ਇਹ ਲੱਗਦਾ ਹੈ ਵੀ ਇੱਥੇ ਇਹਨਾਂ ਨੂੰ ਜ਼ਰੂਰਤ ਹੈ, ਇਹਨਾਂ ਦੇ ਜਿਹੜੇ ਤੰਬੂ ਆ ਉਹ ਮਾੜੇ ਆ, ਅਸੀਂ ਉੱਥੇ ਉਹ ਪਹੁੰਚਦੇ ਕਰਦੇ ਹਾਂ ਜੀ। ਕੀ ਕਹੋਗੇ ਕੇਂਦਰ ਸਰਕਾਰ ਨੂੰ, ਕੀ ਕਹਿਣਾ ਚਾਹੋਗੇ? ਕੇਂਦਰ ਸਰਕਾਰ ਦੁਆਰਾ ਹੀ ਜਿਹੜਾ ਕਿਸਾਨ ਵਰਗ ਇਸ ਸਮੇਂ ਪਰੇਸ਼ਾਨ ਕੀਤਾ ਹੋਇਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਹੁਣ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਅੜੀ ਹੈ, ਅੜੀਆਂ ਜਿੱਥੇ ਅੜੀਆਂ ਹੋ ਜਾਣ, ਪਹਿਲੀ ਗੱਲ ਤਾਂ ਐਡਾ ਵੱਡਾ ਪ੍ਰਧਾਨ ਮੰਤਰੀ, ਐਡੇ ਵੱਡੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਉਹ ਇੱਕ ਛੋਟੀ ਜੀ ਗੱਲ ਪਿੱਛੇ ਐਡੀ ਵੱਡੀ ਅੜੀ ਲੈ ਕੇ ਬਹਿ ਗਿਆ। ਇਹ ਜਿਵੇਂ ਕਹਿੰਦੇ ਹੁੰਦੇ ਨੇ, ਕਿਸੇ ਕਵੀ ਨੇ ਲਿਖਿਆ, ਕਹਿੰਦਾ ਇਹ ਅੜੀ ਹੈ ਪਰ ਕਿਸ ਨੇ ਫੜੀ ਹੈ। ਇੱਕ ਪਾਸੇ ਹੱਕ ਨਹੀਂ ਰਹਿੰਦਾ, ਦੂਜੇ ਪਾਸੇ ਨੱਕ ਨਹੀਂ ਰਹਿੰਦਾ। ਇੱਕ ਪਾਸੇ ਸਾਬਰ ਹੈ ਰਹਿੰਦਾ, ਦੂਜੇ ਪਾਸੇ ਜਬਰ ਹੈ ਰਹਿੰਦਾ। ਸਾਬਰਾਂ ਦੇ ਬੰਨ ਬੜੇ ਔਖੇ ਡੱਕੀ ਦੇ, ਕਿਸੇ ਦਾ
ਹੱਕ ਮਾਰ ਕੇ ਨੱਕ ਨਹੀਂ ਰੱਖੀਦੇ, ਕਿਸੇ ਦਾ ਹੱਕ ਮਾਰ ਕੇ ਨੱਕ ਨਹੀਂ ਰੱਖੀਦੇ। ਜਿਹੜੇ ਸਾਡੇ 80-80 ਸਾਲ ਦੇ ਬਜ਼ੁਰਗ, 90-90 ਸਾਲ ਦੇ ਬਜ਼ੁਰਗ ਉੱਥੇ, ਮਾਵਾਂ ਸਾਡੀਆਂ, ਭੈਣਾਂ, ਬੱਚੇ, ਵੀਰ ਬਜ਼ੁਰਗ ਤੜਫ ਰਹੇ ਨੇ। ਪਹਿਲਾਂ ਸਿਆਲ ਵੀ ਉਹਨਾਂ ਨੇ ਆਪਣੇ ਪਿੰਡ ਉੱਤੋਂ ਦੀ ਲੰਘਾਇਆ, ਹੁਣ ਲੋਹੜਿਆਂ ਦੀ ਮੂਹਰੇ ਗਰਮੀ ਆਉਣ ਜਾ ਰਹੀ ਹੈ ਤੇ ਮੱਛਰ ਉੱਥੇ ਦੇਖਿਆ ਬਣਦਾ ਹੈ ਵੀ ਜਿਵੇਂ ਰਾਤ ਨੂੰ ਉਹ ਲੋਕ ਰਾਤਾਂ ਕੱਟਦੇ ਨੇ, ਬਹੁਤ ਹੀ ਔਖਾ ਹੈ। ਕੋਈ ਇਹ ਜਿਵੇਂ ਇਹ ਕਹਿ ਰਹੇ ਨੇ ਵੀ ਇਹ ਪਿਕਨਿਕ ਮਨਾਉਣ ਆਏ ਨੇ ਜਾਂ ਹੋਰ ਹੈ, ਇਹਨਾਂ ਨੂੰ ਜੇ 4 ਘੰਟੇ ਵੀ ਉੱਥੇ ਇਹ ਕੱਟ ਜਾਣ ਤਾਂ ਇਹਨਾਂ ਨੂੰ ਆਪ ਹੀ ਪਤਾ ਲੱਗ ਜਾਏ ਵੀ ਉਹ ਲੋਕ ਪਿਕਨਿਕ ਮਨਾਉਂਦੇ ਆ ਕਿ ਆਪਣੇ ਜਿਹੜੀਆਂ ਨਸਲਾਂ ਦੀ ਖਾਤਰ ਉਹ ਆਪਣੀ ਹੱਕਾਂ ਦੀ ਲੜਾਈ ਲੜ ਰਹੇ ਨੇ। ਤੁਸੀਂ ਕੀ ਕਹੋਗੇ ਬਜ਼ੁਰਗੋ? ਅੜੀ, ਜਿਵੇਂ ਜਸਵਿੰਦਰ ਨੇ ਕਿਹਾ, ਅੜੀ ਕੀਤੀ ਹੋਈ ਆ ਮੋਦੀ ਨੇ, ਪਰ ਲੰਬੇ ਸਮੇਂ ਤੋਂ ਆਪਣਾ ਜਿਹੜਾ ਸੰਘਰਸ਼ ਆ ਉਹ ਤਿੱਖਾ ਹੋਈ ਜਾ ਰਿਹਾ। ਲੋਕ ਉੱਥੇ ਜਾ ਕੇ ਬੈਠੀ ਜਾਂਦੇ, ਲੋਕ ਹਲੇ ਵੀ ਟਸ ਤੋਂ ਮਸ ਨਹੀਂ ਹੋਏ। ਕੇਂਦਰ ਸਰਕਾਰ ਆ, ਸਰਕਾਰ ਨੂੰ ਵੀ ਲੋਕਾਂ ਨੇ ਹੀ ਬਣਾਇਆ, ਪਰ ਅੱਜ ਸਾਰੀ ਜਿਹੜੀ ਦੁਨੀਆ ਉੱਥੇ ਦਿੱਲੀ ਬੈਠੀ ਹੈ ਜਾਂ ਪੰਜਾਬ ਬੈਠੀ ਆ, ਕੇਂਦਰ ਸਰਕਾਰ ਨੂੰ ਇਹ ਦਿਸ ਨਹੀਂ ਰਿਹਾ। ਕੀ ਕਹੋਗੇ? ਅਸੀਂ ਕਹਾਂਗੇ ਕੇਂਦਰ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ, ਇਹ ਦੇਸ਼ ਦੇ ਅੰਨਦਾਤੇ ਨੇ, ਉੱਥੇ ਅੰਨਦਾਤੇ ਬਣੇ, ਅੰਨ ਪੈਦਾ ਕਰਦੇ ਤਾਂ ਦੇਸ਼ ਚੱਲਦਾ ਹੈ। ਉਹ ਹੁਣ ਮੋਦੀ ਨੂੰ ਇਹ ਸੋਚਣਾ ਚਾਹੀਦਾ ਹੈ, ਉਹ ਦੇਸ਼ ਦੇ ਅੰਨਦਾਤਿਆਂ ਨੂੰ ਮਾਰ ਰਿਹਾ ਹੈ, ਅੰਨਦਾਤਿਆਂ ਨੂੰ ਮਾਰ ਕੇ 1-2 ਘਰਾਣਿਆਂ ਨੂੰ ਫਾਇਦਾ ਕਰ ਰਿਹਾ ਹੈ। ਉਹਦੇ ਨਾਲ ਵੀ ਇੰਨੀ ਬਣਨਾ ਤਾਂ ਸਰਕਾਰਾਂ ਨੇ ਲੋਕਾਂ ਨਾਲ ਹੈ, 1-2 ਘਰਾਣੇ ਉਹਨੂੰ ਸਰਕਾਰ ਨੂੰ ਬਣਾ ਨਹੀਂ ਸਕਦੇ, ਕਿਉਂਕਿ ਇਹ ਲੋਕਤੰਤਰਕ ਦੇਸ਼ ਹੈ। ਉਹ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਜਦੋਂ ਅਸੀਂ ਅੰਨ ਪੈਦਾ ਕਰਨ ਵਾਲੇ ਹੀ ਖਤਮ ਕਰਤੇ ਤਾਂ ਦੇਸ਼ ਰਹੂ ਕਿਸੇ ਦੇ ਆਸਰੇ, ਦੇਸ਼ ਖਾਊਗਾ ਕੀ, ਲੋਕ ਕੀ ਖਾਣਗੇ, ਗਾਹਾਂ ਆਉਣ ਵਾਲੀਆਂ ਪੀੜ੍ਹੀਆਂ ਗਾਹਾਂ ਦੇਸ਼ ਕਿਵੇਂ ਚਲਾਉਣਗੀਆਂ? ਮੋਦੀ ਕਿੰਨਾ ਕੁ ਚਿਰ ਹੈ, 10 ਸਾਲ ਰਹਿ ਜੂ, 5 ਸਾਲ ਰਹਿ ਜੂ, ਗਾਹਾਂ ਤਾਂ ਰਾਜ ਕਿਸੇ ਨੇ ਹੋਰ ਸਾਂਭਣਾ ਹੈ। ਉਹਨਾਂ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਵੀ ਸਦਾ ਰਾਜ ਨਹੀਂ ਕਾਇਮ ਰਹਿੰਦੇ, ਸਦਾ ਉਹਨਾਂ ਕੋਲੇ ਕੁਰਸੀਆਂ ਗੱਦੀਆਂ ਨਹੀਂ ਰਹਿੰਦੀਆਂ, ਸਦਾ ਇਹੋ ਲੋਕ ਨਹੀਂ ਰਹਿੰਦੇ। ਜਿਹੜੇ ਵੱਡੇ ਲੀਡਰ ਉਹ ਹੁਣ ਆਪਦੇ ਆਪ ਨੂੰ ਰੱਬ ਕਹਾਈ ਜਾਂਦੇ ਨੇ, ਆਉ ਗਾਹਾਂ ਨੂੰ ਹੋਰ ਵੀ ਸਰਕਾਰਾਂ ਬਣਨਗੀਆਂ, ਉਹਨਾਂ ਨੇ ਵੀ ਦੇਖਣਾ ਹੈ। ਤੇ ਹੁਣ ਉਹਨਾਂ ਨੇ ਲੋਕਾਂ ਨੂੰ ਵੀ ਦੇਖਣਾ ਹੈ ਵੀ ਜੇ ਲੋਕ ਹੈਗੇ, ਸਾਡੇ ਅੰਨਦਾਤੇ ਹੈਗੇ, ਤਾਂ ਸਾਡੇ ਗਾਹਾਂ ਕੰਮ ਚੱਲਣਗੇ। ਜਦੋਂ ਸਾਡਾ ਅੰਨਦਾਤਾ ਨਹੀਂ ਰਿਹਾ, ਸਾਡੇ ਕੋਲੇ ਕੋਈ ਸਾਧਨ ਹੀ ਨਾ ਰਿਹਾ, ਅੰਨ ਦੇ ਸਿਰ ਤੇ ਹੀ ਦੇਸ਼ ਚੱਲ ਰਿਹਾ, ਕਿਸਾਨ ਦੇ ਸਿਰ ਤੇ ਦੇਸ਼ ਚੱਲ ਰਿਹਾ ਹੈ। ਕਿਸਾਨ ਖਤਮ ਹੋ ਗਿਆ ਤਾਂ ਦੇਸ਼ ਵੀ ਕਿਵੇਂ ਰਹੂਗਾ? ਜੇ ਆਉਣ ਵਾਲੇ ਸਮੇਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਫਿਰ ਆਉਣ ਵਾਲਾ ਸਮਾਂ ਬੀਜੇਪੀ ਸਰਕਾਰ ਵਾਸਤੇ ਕਿਹੋ ਜਿਹਾ ਰਹੂਗਾ? ਆਉਣ ਵਾਲਾ ਸਮਾਂ ਜਿਸ ਤਰ੍ਹਾਂ ਹੁਣ ਹਾਲਾਤ ਚੱਲ ਰਹੇ ਨੇ, ਇਹ ਬਹੁਤ ਹੀ ਜ਼ਿਆਦਾ ਮਾੜਾ ਰਹੂਗਾ ਬੀਜੇਪੀ ਲਈ। ਹਰੇਕ ਦੇ ਮਨ ਦੇ ਵਿੱਚ ਇਹ ਗੁੱਸਾ ਹੈ ਵੀ ਬੀਜੇਪੀ ਦਾ ਜੋ ਵੀ ਸਾਨੂੰ ਕੋਈ ਬਰਕਤ ਦਿੰਦਾ ਉਹ ਵੀ ਸਾਨੂੰ ਦਿਸਣਾ ਨਹੀਂ ਚਾਹੀਦਾ। ਲੀਡਰ ਤਾਂ ਕਿਤੇ ਦੀ ਗੱਲ ਰਹੇਗੀ, ਲੀਡਰਾਂ ਨੂੰ ਤਾਂ ਪਿੰਡਾਂ 'ਚ ਵੜਨ ਨਹੀਂ ਕੌਣ ਦੇਊਗਾ। ਇਹਨਾਂ ਖਾਤਰ ਬਹੁਤ ਮਾੜਾ ਸਮਾਂ ਆ ਰਿਹਾ। ਬੀਜੇਪੀ ਆਪ ਹੀ ਆਪਦਾ ਸਮਾਂ ਇਹੋ ਜਿਹਾ ਲਿਆ ਰਹੀ ਹੈ। ਮਾਸਟਰ ਜੀ, ਤੁਹਾਡੇ ਵੱਲੋਂ ਇਹ ਸਮਾਨ ਜਿਹੜਾ ਇੱਥੋਂ ਸਹਿਯੋਗ ਨਾਲ ਸਾਰਿਆਂ ਦੇ ਨਾਲ ਸਾਰੇ ਜਣੇ ਤੁਸੀਂ ਭੇਜ ਰਹੇ ਹੋ, ਇਦੋਂ ਬਾਅਦ ਵੀ ਭੇਜਦੇ ਰਹੋਗੇ ਜਾਂ ਮਤਲਬ ਜਿਹੜਾ ਹੁਣੇ ਭੇਜਦਾ ਬਸ ਇੱਥੇ ਤੱਕ ਹੀ ਸੀਮਤ ਸੀ? ਇਹ ਜੀ ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ NRI ਵੀਰ ਬੈਠੇ ਨੇ, ਬੇਸ਼ੱਕ ਉਹ ਵਿਦੇਸ਼ਾਂ ਵਿੱਚ ਨੇ ਪਰ ਉਹਨਾਂ ਦੀਆਂ ਜੜ੍ਹਾਂ ਤਾਂ ਪੰਜਾਬ ਦੇ ਵਿੱਚ ਨੇ। ਉਹਨਾਂ ਨੂੰ ਪੰਜਾਬ ਨਾਲ ਪਿਆਰ ਹੈ। ਅੱਜ ਪੰਜਾਬ ਤੇ ਭੀੜ ਹੈ, ਸਾਡੇ ਦੇਸ਼ ਤੇ ਭੀੜ ਹੈ, ਤੇ ਸਾਡਾ ਦੁੱਖ ਦਰਦ ਸਮਝਦੇ ਹੋਏ ਜੋ ਸਾਡੇ ਕਿਸਾਨਾਂ ਨੂੰ ਉੱਥੇ ਦਿੱਲੀ ਦੇ ਮੋਰਚਾ ਤੇ ਜੋ ਬੈਠੇ ਨੇ, ਉਹਨਾਂ ਦੀਆਂ ਲੋੜਾਂ ਨੇ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਉਹ ਸਮੇਂ-ਸਮੇਂ ਤੇ ਸਮਾਨ ਭੇਜਦੇ ਨੇ। ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਜਦੋਂ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਸਾਨੂੰ ਦੱਸੋ, ਸਾਡੀ ਸੰਸਥਾ ਹਰ ਵੇਲੇ ਤਿਆਰ ਹੈ। ਸਾਨੂੰ ਕੋਈ ਐ ਨਹੀਂ ਵੀ ਕੋਈ ਮਹਿੰਗਾ ਸਸਤਾ ਜਿਹਾ ਜਿਹਾ ਵੀ ਤੁਹਾਨੂੰ ਸਮਾਨ ਦੀ ਲੋੜ ਆ ਵੀ ਅਸੀਂ ਭੇਜਾਂਗੇ। ਫਿਰ ਇਹ ਜਿਹੜਾ ਤੁਸੀਂ ਸਮਾਨ ਲੈ ਰਹੇ ਹੋ, ਭੇਜ ਰਹੇ ਹੋ, ਇਹਦਾ ਵੀ ਕੋਈ ਲੇਖਾ ਜੋਖਾ ਰੱਖਿਆ ਹੋਇਆ? ਲੇਖਾ ਜੋਖਾ ਰੱਖਿਆ ਹੋਇਆ ਜੀ। ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਜਥੇਦਾਰ ਜੀ ਨੇ, ਇਹਨਾਂ ਕੋਲੇ ਸਾਰਾ ਜੀ ਸਾਰੇ ਬਿੱਲ ਨੇ, ਸਾਰਾ ਰਿਕਾਰਡ ਹੈ। ਅਸੀਂ ਇਹ 4ਥੀ ਕਿਸ਼ਤ ਭੇਜ ਰਹੇ ਹਾਂ। ਇਦੋਂ ਪਹਿਲਾਂ ਜਿੰਨੇ ਵੀ ਟੈਂਟ ਭੇਜੇ ਨੇ, ਜਿੰਨੇ ਬਾਥਰੂਮ ਭੇਜੇ ਨੇ, ਜੋ ਇੱਥੋਂ ਪੱਖੇ ਗਏ ਹੈ, ਜੋ ਫਰਿੱਜ ਗਿਆ, ਜੋ ਕੁਝ ਵੀ ਗਿਆ ਹੈ, ਉਹ ਸਾਰਾ ਰਿਕਾਰਡ ਹੈ, ਪਾਈ ਦਾ ਹਿਸਾਬ ਹੈ ਸਾਡੇ ਕੋਲੇ ਜੀ। ਕੇਂਦਰ ਸਰਕਾਰ ਚਾਹੇ ਕਿੰਨੀ ਵੀ ਕਿਉਂ ਨਾ ਅੜੀ ਰਹੇ, ਇਸ ਸਮੇਂ ਤੁਹਾਨੂੰ ਦਿਖਾਵਾਂਗੇ ਜਿਹੜੇ ਇਹ ਟੈਂਟ ਭੇਜੇ ਜਾ ਰਹੇ ਆ, ਇੱਥੋਂ ਬਾਥਰੂਮ ਭੇਜੇ ਜਾ ਰਹੇ ਆ, ਲਗਾਤਾਰ ਜਿਹੜੀਆਂ ਇੱਥੋਂ ਕੋਈ ਵੀ ਘਾਟ ਨਹੀਂ ਰਹਿਣ ਦਿੱਤੀ ਜਾ ਰਹੀ ਉੱਥੇ ਕਿਸਾਨਾਂ ਵਾਸਤੇ। ਜਿਹੜੇ ਉੱਥੇ ਕਿਸਾਨ ਬੈਠੇ ਹੈਗੇ ਉਹਨਾਂ ਨੂੰ ਇਹਨਾਂ ਵੱਲੋਂ ਸਪੈਸ਼ਲ ਇਹ ਕਿਹਾ ਗਿਆ ਵੀ ਸਾਡੇ ਯੋਗ ਕੋਈ ਵੀ ਸੇਵਾ ਤਾਂ ਅਸੀਂ ਤੁਹਾਡੇ ਨਾਲ ਡਟੇ ਹੋਏ ਹਾਂ, ਚਾਹੇ ਸਾਨੂੰ 1 ਵਾਰ ਜਾਣਾ ਪਵੇ, ਚਾਹੇ ਸਾਨੂੰ 10 ਵਾਰ ਆਉਣਾ ਪਵੇ, ਅਸੀਂ ਤੁਹਾਨੂੰ ਸਮਾਨ ਦਿੰਦੇ ਰਹਾਂਗੇ, ਪਰ ਤੁਸੀਂ ਡਟੇ ਰਹੋ। ਇੱਥੇ ਕੇਂਦਰ ਸਰਕਾਰ ਦਾ ਵੀ ਇਹਨਾਂ ਵੱਲ ਧਿਆਨ ਦੇਣਾ ਬਣਦਾ ਕਿ ਜਿਹੜਾ ਲੰਬੇ ਸਮੇਂ ਤੋਂ ਇਸ ਨੂੰ ਚਲਾਇਆ ਹੋਇਆ, ਕਿਸਾਨਾਂ ਨੂੰ ਵੀ ਉੱਥੋਂ ਦਿੱਲੀ ਤੋਂ ਆਪਦੇ ਘਰਾਂ 'ਚ ਭੇਜੇ ਤਾਂ ਕਿ ਉਹ ਆਪਦੀ ਜਿਹੜੀ ਜ਼ਿੰਦਗੀ ਆ ਦੁਬਾਰਾ ਅਗਲੀ ਸੰਵਾਰ ਸਕਣ। ਕਿਉਂਕਿ ਕੇਂਦਰ ਸਰਕਾਰ ਨੂੰ ਵੀ ਇਹਨਾਂ ਲੋਕਾਂ ਨੇ ਹੀ ਬਣਾਇਆ ਤੇ ਲੋਕ ਅੱਜ ਸਾਰਾ ਜਿਹੜਾ ਦੁਨੀਆ ਕਹਿ ਰਹੇ ਆ, ਚਾਹੇ ਉਹ ਬਜ਼ੁਰਗ ਆ, ਚਾਹੇ ਬੱਚਾ, ਚਾਹੇ ਯੂਥ ਆ, ਉਹ ਅੱਜ ਸੜਕਾਂ 'ਤੇ ਬੈਠਾ। ਕੇਂਦਰ ਸਰਕਾਰ ਨੂੰ ਬਣਾਉਣ ਵਾਲਾ ਯੂਥ ਤੇ ਇਹੀ ਦੇਸ਼ ਹੈਗਾ। ਉਹੀ ਦੇਸ਼ ਜਦ ਸੜਕਾਂ 'ਤੇ ਬਹਿ ਗਿਆ ਤਾਂ
ਸਰਕਾਰਾਂ ਵੀ ਜ਼ਿਆਦਾ ਟਾਈਮ ਨਹੀਂ ਚੱਲਦੀਆਂ। ਇਹਨਾਂ ਦਾ ਵੀ ਇਹੀ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਜੇ ਇਹੀ ਹਿੰਡ ਰਹੀ ਤਾਂ ਜਿਹੜੀ ਕੇਂਦਰ ਸਰਕਾਰ ਆ ਉਹਦਾ ਹਸ਼ਰ ਵੀ ਮਾੜਾ ਹੋਊਗਾ। ਕੇਂਦਰ ਸਰਕਾਰ ਨੂੰ ਇੱਧਰ ਧਿਆਨ ਦੇਣਾ ਬਣਦਾ ਤਾਂ ਜੋ ਇਹ ਵੀ ਆਪਣੀ ਅਗਲੀ ਰੋਟੀ ਸਹੀ ਕਰ ਸਕਣ ਤੇ ਇਹਨਾਂ ਵੱਲੋਂ ਜਿਹੜਾ ਸਹਿਯੋਗ ਆ ਉਹ ਦਿਨੋਂ ਦਿਨ ਜਾਂਦਾ ਰਹੂਗਾ। ਮੁਨੀਸ਼ ਸ਼ਰਮਾ, ਨਿਰਪੱਖ ਪੋਸਟ, ਮਾਨਸਾ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।